एक मुलाकात तीन पीढ़ियाँ। जी हाँ, एक मुलाकात 'ਚ ਅੱਜ ਤਿੰਨ ਮਹਿਮਾਨਾਂ ਨਾਲ ਸਾਂਝ ਪਵਾਵਾਂਗੇ ਤੁਹਾਡੀ। ਜਦੋਂ ਅੰਬਾਂ ਨੂੰ ਬੂਰ ਪੈਂਦਾ ਹੈ ਤਾਂ ਕੋਇਲ ਕੂਕਦੀ ਹੈ, ਤੇ ਕੋਇਲ ਜਦੋਂ ਕੂਕਦੀ ਹੈ ਤਾਂ ਬੰਦੇ ਦਾ ਮਨ ਕਰਦਾ ਹੈ, ਇਨਸਾਨ ਦਾ ਮਨ ਕਰਦਾ ਹੈ, ਜੀਵ ਜੰਤੂਆਂ ਦਾ ਮਨ ਕਰਦਾ ਹੈ ਕਿ ਅਸੀਂ ਵੀ ਉਹਦੇ ਨਾਲ ਕੂਕੀਏ, ਅਸੀਂ ਵੀ ਉਹਦੇ ਨਾਲ ਕੋਇਲ ਨਾਲ ਗਾਈਏ। ਬਿਲਕੁਲ ਜੀ, ਅੱਜ ਤਿੰਨ ਪੀੜ੍ਹੀਆਂ ਅੱਜ ਸਾਡੇ ਵਿਹੜੇ ਆਈਆਂ ਨੇ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਇਸ ਇੱਕ ਮੁਲਾਕਾਤ ਦੇ ਵਿੱਚ ਡੋਲੀ ਗੁਲੇਰੀਆ ਜੀ ਦਾ ਤੇ ਉਹਨਾਂ ਦੇ ਨਾਲ ਹੀ ਸੁਨੈਣੀ ਸ਼ਰਮਾ ਜੀ ਦਾ। ਪਰ ਇਹ ਦਿੱਖ ਤੁਹਾਨੂੰ ਮਹਿਮਾਨ ਦੋ ਰਹੇ ਨੇ, ਪਰ ਇੱਥੇ ਸੁਰਿੰਦਰ ਕੌਰ ਜੀ ਵੀ ਹਾਜ਼ਰ ਨੇ। ਸੁਰਿੰਦਰ ਕੌਰ ਪੰਜਾਬ ਦੀ ਕੋਇਲ, ਤੇ ਪੰਜਾਬ ਦੀ ਕੋਇਲ ਦੀ ਦੋਤੀ ਸੁਨੈਣੀ ਸਾਡੇ ਨਾਲ ਹੈ, ਤੇ ਉਹਨਾਂ ਦੀ ਬੇਟੀ ਡੋਲੀ ਸਾਡੇ ਨਾਲ ਨੇ, ਡੋਲੀ ਗੁਲੇਰੀਆ। ਸੋ ਕਿਉਂ ਨਾ ਅੱਜ ਉਸ ਕੋਇਲ ਦੀ ਕੂਕ ਇਸ ਵਿਹੜੇ 'ਚ ਫਿਰ ਸੁਣੀਏ। डोली जी बड़ी प्यारी जी गल की है दीपक, तू माँ नू याद कराता है, और मैं यो ही चाहती हाँ कि माँ नू हमेशा सारे याद करते रहें। इन्हां अखियां च पावां किवें कजलावे, अखियां च तू वसदा, इन्हां अखियां च पावां किवें कजलावे, अखियां च तू वसदा। हर वेले चन्ना मेरा तेरे वल मूंह वे, हर वेले चन्ना मेरा तेरे वल मूंह वे, बुलियां ते ना तेरा अखियां च तू वे, अखियां च तू वे, जदों हसदी भुलेखा मैनू पैंदा वे, हासियां च तू हसदा, इन्हां अखियां च पावां किवें कजलावे, अखियां च तू वसदा, हाय अखियां च तू वसदा वे, अखियां च तू वसदा। बिल्कुल डोली जी, अज लोक गीतां नूं प्यार करन वाले, बोली नूं प्यार करन वाले, ਸਾਹਿਤ ਨੂੰ ਪਿਆਰ ਕਰਨ ਵਾਲੇ, ਉਹਨਾਂ ਦੇ ਹਰ ਦਿਲ ਦੇ ਵਿੱਚ ਅੰਦਰ ਸੁਰਿੰਦਰ ਕੌਰ ਜੀ ਵਸਦੇ ਨੇ। ਪਰ ਤੁਹਾਨੂੰ ਉਹ ਗੁੜਤੀ ਮਿਲੀ ਹੈ, ਤੁਹਾਨੂੰ ਉਂਗਲੀ ਫੜ ਕੇ ਉਹ ਕਹਿੰਦੇ ਮੰਚ ਤੇ ਵੀ ਲੈ ਜਾਂਦੇ ਸੀ। ਔਰ ਮੈਂ ਜਿੰਨਾ ਪੜ੍ਹਿਆ ਤੇ ਸੁਣਿਆ, ਕਹਿੰਦੇ ਕਿ ਜਦੋਂ ਉਹ ਮੇਲੇ 'ਚ ਗਾਉਂਦੇ ਸੀ ਤਦ ਉਸ ਮੇਲੇ 'ਚ ਚੁੱਪ ਵੀ ਚੁੱਪ ਕਰਕੇ ਬਹਿ ਜਾਂਦੀ ਸੀ ਕਿ ਸੁਰਿੰਦਰ ਕੌਰ ਗਾਉਣ ਲੱਗੀ ਆ। ਤੇ ਉਹ ਦੌਰ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ। ਮੈਂ ਮਾਂ ਨੂੰ ਹੋਸ਼ ਸੰਭਾਲੇ ਜਦੋਂ ਵੀ ਵੇਖਿਆ, ਉਹਦਾ ਕਰਿਸ਼ਮਾ ਹੀ ਵੇਖਿਆ। ਉਹ ਜਿੱਥੇ ਵੀ ਗਈ ਹੈ ਉਹਨੇ ਲੋਕਾਂ ਨੂੰ ਇਸ ਤਰ੍ਹਾਂ ਮੁਤਾਸਿਰ ਕੀਤਾ ਕਿ ਉਹ ਸੁੰਨ ਹੋ ਕੇ ਮਾਂ ਦਾ ਸੰਗੀਤ ਸੁਣਦੇ ਸੀ। ਭਾਵੇਂ ਉਹ ਕੋਈ ਆਡੀਟੋਰੀਅਮ ਹੋਵੇ, ਭਾਵੇਂ ਉਹ ਵੱਡਾ ਮੇਲਾ ਹੋਏ, ਹਜ਼ਾਰਾਂ ਦਾ, ਲੱਖਾਂ ਦਾ, ਖੁੱਲੇ ਖਾੜੇ ਵੀ ਕਹਿੰਦੇ, ਖੁੱਲੇ ਅਖਾੜਿਆਂ ਦੇ ਵਿੱਚ ਉਹ ਜਦ ਸਟੇਜ ਤੇ ਚੜ੍ਹ ਜਾਂਦੀ ਸੀ, ਸਾਰੇ ਇੰਝ ਸੰਨਾਟਾ ਛਾ ਜਾਂਦਾ ਸੀ। ਔਰ ਉਹਦੇ ਇੱਕ ਇੱਕ ਬੋਲ ਨੂੰ ਉਹ ਇਸ ਤਰ੍ਹਾਂ ਹੰਢਾ ਕੇ ਗਾਉਂਦੀ ਸੀ ਕਿ ਲੋਕਾਂ ਦੇ ਦਿਲ ਤੱਕ ਉਹਦਾ ਅਸਰ ਹੁੰਦਾ ਸੀ। ਉਹ ਅਸਰ ਮੈਂ ਬਚਪਨ ਦੇ ਵਿੱਚ ਦੇਖਿਆ, ਤੇ ਉਹ ਮੈਂ ਅੱਜ ਤੱਕ ਮਾਂ ਦੇ ਗਾਣੇ ਹੁਣ ਸੁਣਨੀ ਆ। ਜਦੋਂ ਮਾਂ ਨੂੰ ਗਿਆ ਵੀ ਇੰਨੇ ਸਾਲ ਹੋ ਗਏ ਨੇ, ਪਰ ਉਹਦਾ ਬੋਲ, ਇੱਕ ਇੱਕ ਬੋਲ ਸਾਡੇ ਦਿਲ ਤੇ ਉਤਰਿਆ ਹੋਇਆ। ਜਿੰਨੇ ਲੋਕਾਂ ਨੂੰ ਮਿਲਣੀ ਆ ਉਹਨਾਂ ਨੂੰ ਉਹ ਬੋਲ ਯਾਦ ਨੇ, ਜਿਵੇਂ ਕਿ ਉਹ ਇੱਕ ਬੱਚੇ ਨੂੰ ਨਰਸਰੀ ਰਾਈਮ ਸਿਖਾਈ ਦੀ ਹੈ ਨਾ, ਤੇ ਗਾਣੇ ਯਾਦ ਹੋ ਜਾਂਦੇ ਨੇ। ਉਹ ਕਦੀ ਭੁੱਲਦਾ ਨਹੀਂ, ਬਚਪਨ ਦੀ ਗਾਇਕੀ ਨੂੰ ਕਦੀ ਭੁੱਲਦਾ ਨਹੀਂ, ਸਕੂਲ ਦੀਆਂ ਨਰਸਰੀ ਰਾਈਮਸ ਕਦੀ ਨਹੀਂ ਭੁੱਲਦੇ। ਜਿੱਥੇ ਗਾਣਾ ਸ਼ੁਰੂ ਹੁੰਦਾ ਆਡੀਅנס ਨਾਲ ਗਾਣੀ ਸ਼ੁਰੂ ਹੋ ਜਾਂਦੀ ਹੈ। ਉਹਦੇ ਗੀਤਾਂ ਦਾ ਇਹ ਕਮਾਲ ਮੈਂ ਬਚਪਨ ਤੋਂ ਵੇਖਿਆ। ਸੁਨੈਣੀ ਜੀ ਦੱਸ ਰਹੇ ਸੀਗੇ, ਕਹਿੰਦੇ ਕਿ ਅੱਜ ਵੀ ਲੋਕਾਂ ਨੇ ਉਹਨਾਂ ਦੀਆਂ ਕਟਿੰਗਾਂ ਰੱਖੀਆਂ ਹੋਈਆਂ, ਫੋਟੋਆਂ ਸੰਭਾਲੀਆਂ ਹੋਈਆਂ। ਉਸ ਸਮੇਂ ਨਾ ਇੰਨਾ ਪ੍ਰਬੰਧ ਸੀ। ਪਰ ਮੈਂ ਜਿਹੜਾ ਜਾਣਨਾ ਚਾਹੁੰਦਾ, ਤੁਸੀਂ ਗੱਲ ਕੀਤੀ ਕਿ ਅੱਜ ਸੰਗੀਤ ਦੇ ਵਿੱਚ ਸਾਜ਼ ਵੱਧ ਗਏ, ਉੱਥੇ ਦੋ ਸਾਜ਼ਾਂ ਨਾਲ ਵੀ ਜਦੋਂ ਗਾਇਆ ਜਾਂਦਾ ਸੀ ਤਦ ਵੀ ਉਹ ਅੱਜ ਵੀ ਉਹ ਇੱਕ ਸਾਜ਼ ਸੁਣਦਾ ਤੇ ਅੰਦਰ ਉਹ ਗੀਤ ਆਪਣੇ ਆਪ ਪੂਰਾ ਹੋ ਜਾਂਦਾ। ਸੋ ਕੋਈ ਉਹ ਮਿਸ਼ਰੀ ਦਾ ਬੋਲ ਜਿਹੜਾ ਮਾਂ ਨੇ, ਤੇ ਅੱਜ ਉਹਨਾਂ ਦੀ ਦੋਤੀ ਤੇ ਅੱਜ ਉਹਨਾਂ ਦੀ ਧੀ ਇਕੱਠਿਆਂ ਕੋਈ ਸਾਂਝਾ ਕਰ ਦਿਓ। ਦੀਪਕ, ਪਹਿਲਾਂ ਤੇ ਮੈਂ ਕਹਾਂਗੀ ਕਿ ਮਾਂ ਸਾਜ਼ਾਂ ਦੇ ਸਹਾਰੇ ਨਹੀਂ ਸੀ ਗਾਉਂਦੀ, ਸਾਜ਼ ਉਹਦੇ ਸਾਰੇ ਚੱਲਦੇ ਸੀ। ਉਹ ਆਪਣੀ ਆਵਾਜ਼ ਦੀ ਤਾਕਤ ਦੇ ਨਾਲ ਗਾਉਂਦੀ ਸੀ। ਉਹ ਸਾਰੀ ਦੁਨੀਆ, ਇੱਕ ਮੈਂਡੋਲਿਨ, ਇੱਕ ਢੋਲਕ ਤੇ ਇੱਕ ਹਾਰਮੋਨੀਅਮ, ਇਹ ਲੈ ਕੇ ਸਾਰੀ ਦੁਨੀਆ ਪਤਾ ਨਹੀਂ ਕਿੰਨੇ ਚੱਕਰ ਲਾ ਬੈਠੀ ਦੁਨੀਆ ਦੇ, ਔਰ ਅਸ਼ ਕਰਦੇ ਲੋਕਾਂ ਨੂੰ ਛੱਡ ਆਈ। ਉਹਦੇ ਸੁਰਾਂ ਦੇ ਵਿੱਚ ਜਿਹੜੀ ਤਾਕਤ ਸੀ, ਉਹ ਸ਼ਾਇਦ ਉਹਦੀ ਰਿਆਜ਼ ਦੀ ਤਾਕਤ ਸੀ, ਜੋ ਬਚਪਨ ਤੋਂ ਸਿੱਖੀ ਸੀ ਵੱਡੇ ਵੱਡੇ ਉਸਤਾਦਾਂ ਕੋਲੋਂ।
ਤੇ ਉਸ ਤਾਕਤ ਨੂੰ ਉਹਨੇ ਅਖੀਰ ਤੱਕ ਬਰਕਰਾਰ ਰੱਖਿਆ। ਅੱਛਾ ਜੀ। ਸੋ ਉਹ ਜਿਹੜਾ ਸਾਜ਼ਾਂ ਦੀ ਗੱਲ ਤੁਸੀਂ ਕੀਤੀ ਹੈ, ਉਹ ਸਾਜ਼ਾਂ ਦਾ ਜ਼ਮਾਨਾ ਜਦੋਂ ਆਇਆ ਹੈ ਉਦੋਂ ਸੰਗੀਤ ਥੋੜਾ ਪਿੱਛੇ ਰਹਿ ਗਿਆ। ਮੈਲੋਡੀ ਜਿਹੜੀ ਸੀ ਉਹ ਗੀਤਾਂ ਦੀ ਜਿਹੜੀ ਸੀ ਉਹ ਸਾਜ਼ਾਂ ਨੇ ਦੱਬ ਦਿੱਤੀ। ਸੋ ਉਹ ਮਾਂ ਦੇ ਗੀਤਾਂ ਵਿੱਚ ਨਹੀਂ ਸੀ। ਮਾਂ ਦੇ ਗੀਤਾਂ ਵਿੱਚ ਸਾਜ਼ ਪ੍ਰਧਾਨ ਨਹੀਂ ਸਨ, ਆਵਾਜ਼ ਪ੍ਰਧਾਨ ਸੀ। ਤੇ ਉਹ ਕੋਈ ਸੁਨੈਣੀ ਤੇ ਮੈਂ ਰਲ ਕੇ ਗਾਣੇ ਆ ਮਿਲ ਮੇਰੇ ਯਾਰ ਅੰਜਣਾ ਲੁੱਟੀ ਹੀਰ ਵੇ ਗਮਾਨੇ, ਆ ਮਿਲ ਮੇਰੇ ਯਾਰ ਅੰਜਣਾ ਲੁੱਟੀ ਹੀਰ ਵੇ ਗਮਾਨੇ, ਜੋਗੀ ਬਣ ਕੇ ਹਾਲ ਵੇ ਮੁੰਦਰਾ ਪਾ ਕੇ, ਸੋਹਣਿਆ ਇੱਕ ਵਾਰੀ ਫੇਰਾ ਪਾ ਜਾਵੇ ਲੁੱਟੀ ਹੀਰ ਵੇ ਗਮਾਨੇ। ਚੰਬੇ ਦੀ ਡਾਲੀ ਪੰਛੀ ਬੈਠਾ ਗੁਟਕੂ ਗੁਟਕੂ ਰੋਵੇ, ਚੰਬੇ ਦੀ ਡਾਲੀ ਪੰਛੀ ਬੈਠਾ ਗੁਟਕੂ ਗੁਟਕੂ ਰੋਵੇ, ਅੱਖੀਆਂ ਵਿੱਚੋਂ ਨੀਰ ਪਲਟ ਕੇ ਚੁੰਝਪਣੀ ਨੂੰ ਧੋਵੇ, ਉਹਨੂੰ ਵੇਖ ਕੇ ਮੈਂ ਵੀ ਰੋ ਪਈ, ਉਹਨੂੰ ਵੇਖ ਕੇ ਮੈਂ ਵੀ ਰੋ ਪਈ, ਕੋਈ ਪਰਦੇਸੀ ਨਾ ਹੋਵੇ ਉਹ ਲੁੱਟੀ ਹੀਰ ਵੇ ਗਮਾਨੇ, ਜੋਗੀ ਬਣ ਕੇ ਹਾਲ ਵੇ ਮੁੰਦਰਾ ਪਾ ਕੇ, ਸੋਹਣਿਆ ਇੱਕ ਵਾਰੀ ਫੇਰਾ ਪਾ ਜਾਵੇ ਲੁੱਟੀ ਹੀਰ ਵੇ ਗਮਾਨੇ, ਆ ਮਿਲ ਮੇਰੇ ਯਾਰ ਅੰਜਣਾ ਲੁੱਟੀ ਹੀਰ ਵੇ ਗਮਾਨੇ। ਇੰਨਾ ਤੇਜ਼, ਇੰਨਾ ਸਹਿਜ, ਇੰਨਾ ਸਕੂਨ ਇਹਨਾਂ ਬੋਲਾਂ 'ਚ। ਕਿਆ ਬਾਤ। ਜਦੋਂ ਉਹਨਾਂ ਦੇ ਘਰੇ ਸੁਰਿੰਦਰ ਕੌਰ ਜੀ ਦੇ ਘਰੇ ਰਿਆਜ਼ ਹੁੰਦਾ ਹੋਣਾ, ਜਦੋਂ ਡੋਲੀ ਗੁਲੇਰੀਆ ਦੇ ਘਰੇ ਰਿਆਜ਼ ਹੁੰਦਾ ਹੋਣਾ, ਜਦੋਂ ਸੁਨੈਣੀ ਦੇ ਘਰੇ ਰਿਆਜ਼ ਹੁੰਦਾ ਹੋਣਾ, ਤਾਂ ਉਹ ਕੀ ਲੱਗਦਾ ਨਹੀਂ ਕਿ ਇਬਾਦਤ ਵਰਗਾ ਮਾਹੌਲ ਬਣ ਜਾਂਦਾ? ਕਦੇ ਆਉਂਦਾ ਜ਼ਿਕਰ ਇਸ ਦਾ? ਬਿਲਕੁਲ ਬਿਲਕੁਲ। ਜਦੋਂ ਮੈਂ ਜੇ ਮੰਮਾ ਨੇ ਸ਼ੁਰੂਆਤ ਕੀਤੀ ਹੈ ਨਾ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ, ਤੇ ਦੀਪਕ ਮੈਂ ਗੱਲ ਹੁਣ ਜਦੋਂ ਬੱਚਿਆਂ ਦੇ ਨਾਲ, ਨਵੀਂ ਪੀੜ੍ਹੀ ਦੇ ਬੱਚਿਆਂ ਦੇ ਨਾਲ ਬੈਠ ਕੇ ਇਹ ਗੱਲ ਸ਼ੇਅਰ ਕਰਨੀ ਆ ਕਿ ਨਾਨੀ ਮਾਂ ਨੇ ਤੇ ਲੋਕ ਸੰਗੀਤ ਨੂੰ ਵੀ ਇਬਾਦਤ ਜਿਸ ਤਰ੍ਹਾਂ ਹੀ ਗਾਇਆ ਹੈ। ਜਿੱਥੇ ਬੋਲ ਆਉਂਦਾ ਹੈ ਨਾ ਕਿ ਚੰਨ ਦੀ ਗੱਲ ਜਿੱਥੇ ਆਉਂਦੀ ਹੈ ਨਾ, ਉੱਥੇ ਤੁਸੀਂ ਜਿੱਥੇ ਜਿੱਥੇ ਉਹ ਆਪਣੇ ਮਾਹੀ ਨੂੰ ਜਾਂ ਚੰਨ ਨੂੰ ਐਡਰੈਸ ਕਰ ਰਹੀ ਹੈ, ਉੱਥੇ ਤੁਸੀਂ ਸਾਈਂ ਨੂੰ ਜਾਂ ਆਪਣੇ ਰੱਬ ਨੂੰ ਤੁਸੀਂ ਉਸ ਵੇਲੇ ਸੋਚ ਕੇ ਤੁਸੀਂ ਉਸ ਜਜ਼ਬਾਤ ਦੇ ਨਾਲ ਜਦੋਂ ਗਾਉਂਦੇ ਹੋ ਤੇ ਉਹ ਸਾਰੇ ਤੁਹਾਡਾ ਫੀਲ ਫੈਕਟਰ ਜਿਹੜਾ ਹੈ ਉਹ ਇਬਾਦਤ ਬਣ ਜਾਂਦਾ, ਇੱਕ ਇਬਾਦਤ ਬਣ ਜਾਂਦੀ। ਤੇ ਜਿੱਥੇ ਤੁਸੀਂ ਗੱਲ ਕੀਤੀ ਕਿ ਲੋਕੀ ਬਾਹਰ ਜਿਹੜੇ ਬੈਠੇ ਨੇ ਜਿਨ੍ਹਾਂ ਨੇ ਜਿਹੜੇ ਨਾਨਮਾ ਦੇ ਐਰਾ ਦੇ ਹੈਗੇ ਨੇ ਤੇ ਪੁਰਾਣੀਆਂ ਤਸਵੀਰਾਂ ਤੇ ਐਲਬਮ ਸਾਂਭ ਕੇ ਰੱਖੀਆਂ ਹੋਈਆਂ ਨੇ, ਉਹ ਕਹਿੰਦੇ ਨੇ ਕਿ ਅਸੀਂ ਤੇ ਬੀਬੀ ਨੂੰ ਇੰਜ ਸੁਣਿਆ ਜਿਵੇਂ ਪਾਠ ਚੱਲ ਰਿਹਾ ਹੁੰਦਾ ਕਿ ਜੇ MP3 ਦੇ ਵਿੱਚ 뮤직 ਹੈ ਤੇ 6 ਘੰਟੇ ਦੀ ਡਰਾਈਵ ਹੈ ਕਿਤੇ, ਤੇ ਉਹ ਮਤਲਬ ਉਹਨਾਂ ਨੇ ਗੱਡੀ 'ਚ ਲਗਾਤਾਰ ਚੱਲਦੇ ਰਹਿਣਾ ਹੈ ਜਿਵੇਂ ਪਾਠ ਸੁਣਦੇ ਪਏ। ਮੈਂ ਕਈ ਲੋਕਾਂ ਨੂੰ ਐਸਾ ਮਿਲੀ ਕੈਨੇਡਾ ਅਮਰੀਕਾ ਦੇ ਵਿੱਚ ਵੀ ਕਿ ਉਹਨਾਂ ਨੇ ਆਪਣੀ ਕਾਰ ਦੇ ਵਿੱਚ ਜੇ ਆਪਣੇ ਬੱਚੇ ਨਾਲ ਹੋਣ ਤੇ ਇੰਸਟਰਕਸ਼ਨ ਇਹ ਦਿੱਤੀਆਂ ਹੋਈਆਂ ਕਿ ਇੱਥੇ ਸਿਰਫ ਸੁਰਿੰਦਰ ਕੌਰ ਦੇ ਗਾਣੇ ਚੱਲਣਗੇ, ਅਸੀਂ ਹੋਰ ਕੋਈ 뮤직 ਨਹੀਂ ਸੁਣਨਾ। ਔਰ ਬੱਚੇ ਕਈ ਵਾਰੀ ਪਰੇਸ਼ਾਨ ਹੋ ਜਾਂਦੇ ਸਨ ਕਿ ਉਹ ਮਾਡਰਨ ਗਾਣਾ ਵੀ ਸੁਣਨਾ ਚਾਹੁੰਦੇ ਨੇ, ਪਰ ਵੱਡੇ ਉਹਨਾਂ ਨੂੰ ਨਹੀਂ ਸਨ ਸੁਣਨ ਦਿੰਦੇ, ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਜਿਹੜਾ ਸੰਗੀਤ ਵਸਿਆ ਹੋਇਆ ਹੈ ਉਹ ਮਾਂ ਦਾ ਸੰਗੀਤ ਸੀ। ਡੋਲੀ ਜੀ, ਤੁਸੀਂ ਜਿਹੜੇ ਰਿਆਜ਼ ਦੀ ਗੱਲ ਕੀਤੀ ਜੀ, ਅੱਜ ਤੁਹਾਡੇ ਘਰੇ ਰਿਆਜ਼ ਕਿੱਦਾਂ ਹੁੰਦਾ? ਹੁਣ ਵੀ ਬਰਕਰਾਰ ਹੈ? ਬਿਲਕੁਲ ਦੀਪਕ, ਇਹ ਤੇ ਇੱਕ ਗੁਰੂਆਂ ਦੀ ਮਿਹਰ ਹੈ। ਉਹਨਾਂ ਨੇ ਇਹੀ ਸਿੱਖਿਆ ਦਿੱਤੀ ਕਿ ਜੇ ਤੁਸੀਂ ਰਿਆਜ਼ ਇੱਕ ਦਿਨ ਛੱਡ ਦਿਓ ਤੇ ਤੁਹਾਨੂੰ 7 ਦਿਨ ਪਿੱਛੇ ਜਾਣਾ ਪੈਂਦਾ, ਜੇ 7 ਦਿਨ ਛੱਡ ਦਿਓ ਤੇ ਮਹੀਨੇ ਦਾ ਗੈਪ ਆ ਜਾਂਦਾ। ਸੋ ਰਿਆਜ਼ ਨਹੀਂ ਛੱਡਣਾ, ਇਹ ਗਲੇ ਦੀ ਐਕਸਰਸਾਈਜ਼ ਹੈ, ਜਿਵੇਂ ਬਾਡੀ ਦੀ ਸਾਰੀ ਬਾਡੀ ਦੀ ਐਕਸਰਸਾਈਜ਼ ਹੈ, ਗਲੇ ਦੀ ਐਕਸਰਸਾਈਜ਼ ਰਿਆਜ਼ ਹੈ। ਸੋ ਤਾਨਪੁਰੇ ਦੇ ਨਾਲ ਜਦੋਂ ਰਿਆਜ਼ ਸ਼ੁਰੂ ਕਰੀਦਾ ਹੈ ਤੇ ਘਰ ਦਾ ਵਾਤਾਵਰਨ ਜਿਹੜਾ ਨਾ ਉਹ ਇੱਕ ਪਾਇਸ ਜਿਹਾ, ਇੱਕ ਖੁਸ਼ਨੁਮਾ ਔਰ ਇੱਕ ਮਿੱਠਾ ਜਿਹਾ ਮਾਹੌਲ ਬਣ ਜਾਂਦਾ ਹੈ। ਉਹਦੇ ਵਿੱਚ ਘਰ ਦੇ ਵਿੱਚ ਕੋਈ ਲੜਾਈ ਝਗੜਾ ਇਹੋ ਜਿਹੀ ਗੱਲ ਪੋਸੀਬਲ ਹੀ ਨਹੀਂ ਹੈ। ਸੋ ਰਿਆਜ਼ ਦੇ ਵਿੱਚ ਇਹ ਤਾਕਤ ਹੈ, ਉਹ ਰੱਬ ਨਾਲ ਜੋੜਦਾ ਹੈ। ਪਰ ਮੈਂ ਸਮਾਜ ਵਾਲੇ ਪਾਸੇ ਲਿਜਾਣਾ ਚਾਹੁੰਦਾ ਤੁਹਾਨੂੰ, ਸੱਤਾ ਸਰਕਾਰਾਂ ਸਿਸਟਮ ਵਾਲੇ ਲਿਜਾਣਾ ਚਾਹੁੰਦਾ। ਕੀ ਕਦੇ ਡੋਲੀ ਜੀ ਹੇਰਵਾ ਹੋਇਆ ਕਿ ਜੋ ਮੁਕਾਮ ਸੀ ਸੁਰਿੰਦਰ ਕੌਰ ਜੀ ਦਾ, ਉਹਨਾਂ ਨੂੰ ਉਹੋ ਜਿਹਾ ਰੁਤਬਾ, ਉਹੋ ਜਿਹਾ ਮਾਣ, ਉਹੋ ਜਿਹਾ ਸਨਮਾਨ, ਉਹ ਥਾਂ ਮਿਲੀ ਜਿਸ ਦੇ ਉਹ ਹੱਕਦਾਰ ਸੀ? ਕਦੇ ਜਾਗਦਾ ਇਹ ਮਨ 'ਚ ਪੀੜ? ਦੀਪਕ, ਇਹ ਤੇ ਮੇਰਾ ਦੁਖਾਂਤ ਹੈ। ਇਹ ਮੇਰੇ ਦਿਲ ਦੀ ਆਵਾਜ਼ ਤੂੰ ਕਹਿ ਦਿੱਤੀ, ਰੂਹਦਾਰੀ ਦੀ ਗੱਲ ਕੀਤੀ ਸੀ ਕਿ
ਇੱਕ ਕਲਾਕਾਰ ਨੂੰ ਸਾਰੀ ਦੁਨੀਆ ਉਹਨੂੰ ਮੰਨ ਰਹੀ ਹੋਵੇ, ਦਿਲੋਂ ਮੰਨ ਰਹੀ ਹੋਵੇ, ਉਹਨੂੰ ਇੱਕ ਗੋਡੈਸ ਦਾ ਰੂਪ ਇੱਕ ਦੇਵੀ ਮਾਂ ਨੂੰ, ਕਦੀ ਕੋਈ ਸਰਸਵਤੀ ਕਹਿੰਦਾ, ਕਦੀ ਕੋਈ ਕਹਿੰਦਾ ਇਹ ਆਪ ਹੀ ਦੇਵੀ ਹੈ। ਮੈਂ ਸਟੇਜ ਤੇ ਬਜ਼ੁਰਗਾਂ ਨੂੰ ਆ ਕੇ ਮਾਮਾ ਨੂੰ ਮੱਥਾ ਟੇਕਦੇ ਵੀ ਦੇਖਿਆ। ਬਿਲਕੁਲ, ਉਹਨਾਂ ਰੋਕਦੇ ਹੁੰਦੇ ਸੀ, ਉਹ ਕਹਿਣਾ ਕਿ ਨਹੀਂ। ਬਿਲਕੁਲ। ਤੇ ਸਰਕਾਰਾਂ ਦੀ ਗੱਲ ਹੈ, ਸਰਕਾਰਾਂ ਨੂੰ ਸੌਰੀ ਟੂ ਸੇ ਕਿ ਉਹਨਾਂ ਨੂੰ ਸੰਗੀਤ ਦੇ ਨਾਲ ਇੰਨਾ ਪ੍ਰੇਮ ਨਹੀਂ ਹੈ, ਉਹ ਰਾਜਨੀਤੀ ਦੇ ਵਿੱਚ ਪੈ ਜਾਂਦੇ ਨੇ। ਸੋ ਉਹਨਾਂ ਨੂੰ ਇਹ ਜਿਹੜੀ ਦਿਲ ਦੀ ਆਵਾਜ਼ ਹੈ ਨਾ, ਸ਼ਾਇਦ ਇੰਨੀ ਸੁਣਾਈ ਨਹੀਂ ਦਿੰਦੀ। ਸੋ ਇਸ ਗੱਲ ਦਾ ਜ਼ਰੂਰ ਦੁੱਖ ਹੈ। ਔਰ ਮਾਂ ਵੀ ਅਖੀਰਲੇ ਦਮ ਤੱਕ, ਸ਼ਾਇਦ ਅਖੀਰਲੇ ਦਮ ਤੱਕ ਪਦਮ ਸ਼੍ਰੀ ਦਾ ਇੰਤਜ਼ਾਰ ਕਰਦੀ ਰਹੀ। ਔਰ ਜਿਸ ਦਿਨ ਪਦਮ ਸ਼੍ਰੀ ਮਿਲਿਆ, ਉਸ ਤੋਂ 15 ਦਿਨ ਬਾਅਦ ਉਹ ਬਿਮਾਰ ਪੈ ਗਈ ਸੀ ਐਂਡ ਉਸ ਤੋਂ ਬਾਅਦ ਵਾਪਸ ਨਹੀਂ ਆਈ, ਅਮਰੀਕਾ ਚਲੀ ਗਈ। ਔਰ ਉਹ ਮੈਂ ਸੋਚਦੀ ਹਾਂ ਕਿ ਉਹਦੇ ਦਿਲ ਤੇ ਇਹਦਾ ਕੀ ਅਸਰ ਹੋਏਗਾ। ਅਸੀਂ ਫੀਲ ਕਰਨੇ ਆ, ਬੱਚੇ ਅਸੀਂ, ਉਹ ਕਿਸ ਤਰ੍ਹਾਂ ਫੀਲ ਕਰਦੀ ਹੋਏਗੀ ਕਿ ਉਹਨੇ ਸਾਰਾ ਕੁਝ ਬਾਲੀਵੁੱਡ ਛੱਡ ਕੇ ਉਹ ਪੰਜਾਬ ਦੀ ਆਰਟਿਸਟ ਬਣ ਕੇ ਆ ਗਈ। ਉਹਨੂੰ ਬਾਲੀਵੁੱਡ ਨਹੀਂ ਸੀ ਪਸੰਦ, ਉਹ 35 ਫਿਲਮਾਂ ਦੇ ਵਿੱਚ ਗਾਈ, ਬਟ ਉਹਨੂੰ ਉੱਥੋਂ ਦਾ ਮਾਹੌਲ ਨਹੀਂ ਸੀ ਪਸੰਦ। ਉਹਨੂੰ ਆਪਣੀ ਜ਼ਬਾਨ, ਆਪਣੀ ਪੰਜਾਬੀ ਲੈਂਗੁਏਜ, ਆਪਣੇ ਪੰਜਾਬੀ ਸ਼ਾਇਰ, ਇੱਕ ਤੋਂ ਇੱਕ ਵੱਡੇ ਸ਼ਾਇਰਾਂ ਦੀ ਪੋਇਟਰੀ ਉਹਨੇ ਗਾਈ, ਸਾਹਿਤਿਕ ਚੀਜ਼ਾਂ ਗਾਈਆਂ, ਕਲਾਮ ਗਾਇਆ, ਸੂਫੀਆਨਾ ਕਲਾਮ ਗਾਇਆ, ਗੁਰਬਾਣੀ ਗਾਈ। ਉਹਨੂੰ ਆਪਣੇ ਪੰਜਾਬੀਅਤ ਦੇ ਨਾਲ ਪਿਆਰ ਸੀ। ਔਰ ਇਹ ਪੰਜਾਬ ਨਾ ਸਮਝੇ ਤੇ ਫਿਰ ਇਹ ਦੁੱਖ ਦੀ ਗੱਲ ਹੈ ਹੀ ਨਾ। ਪਰ ਇਹਨਾਂ ਦੁੱਖਾਂ ਚੋਂ ਕੱਢਣ ਲਈ ਫਿਰ ਸੁਰਿੰਦਰ ਕੌਰ ਜੀ ਦੇ ਗੀਤ ਯਾਦ ਆਉਂਦੇ ਨੇ, ਤੇ ਉਹਨਾਂ ਗੀਤਾਂ ਨੂੰ ਅੱਗੇ ਤੁਸੀਂ ਲੈ ਕੇ ਜਿਵੇਂ ਤੁਰੇ ਹੋ, ਮਤਲਬ ਮਹਾਭਾਰਤ ਚ ਆਉਂਦਾ ਕਿ ਅਭਿਮਨਿਊ ਨੇ ਅੰਦਰ ਹੀ ਉਹ ਸਿੱਖ ਲਿਆ ਸੀ ਸਾਰਾ ਕਿ ਕਿਵੇਂ ਚੱਕਰ ਵੀ ਤੋੜਨਾ। ਤੇ ਇੱਥੇ ਤਾਂ ਮੈਂ 4 ਪੀੜ੍ਹੀਆਂ ਦੇਖਦਾ ਕਿ ਡੋਲੀ ਜੀ ਕੋਲੋਂ ਵਿਰਾਸਤ, ਡੋਲੀ ਜੀ ਤੋਂ ਅੱਗੇ ਸੁਨੈਣੀ ਕੋਲ, ਤੇ ਅੱਜ ਕੱਲ੍ਹ ਪਤਾ ਲੱਗ ਰਿਹਾ ਸੁਨੈਣੀ ਜੀ ਦੀ ਬੇਟੀ ਵੀ ਇਹ ਗਾ ਰਹੀ ਹੈ। ਸੋ ਮੈਂ ਹੁਣ ਡੋਲੀ ਜੀ ਹੋਰਾਂ ਦਾ ਸਫ਼ਰ ਜਾਣਨਾ ਚਾਹੁੰਦਾ ਕਿ ਤੁਹਾਡਾ ਇਸ ਮੋਹ ਕੀ ਸਿਰਫ ਮਾਂ ਕਰਕੇ ਸੀ ਜਾਂ ਉਹ 'ਚ ਪਿਤਾ ਦੀ ਵੀ ਕੋਈ ਭੂਮਿਕਾ ਸੀ? ਦੀਪਕ, ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕਰ ਰਹੇ ਹੋ, ਮੇਰੇ ਕੋਲ ਐਸੇ ਸਵਾਲ ਪੁੱਛ ਰਹੇ ਹੋ ਜਿਹੜੇ ਮੈਂ ਪਹਿਲਾਂ ਕਦੀ ਨਹੀਂ ਕਿਸੇ ਨਾਲ ਸ਼ੇਅਰ ਕੀਤੇ। ਕਿ ਮੈਂ 3 ਸਾਲ ਦੀ ਸਾਂ ਜਦੋਂ ਮੈਂ ਸਕੂਲ ਦੇ ਫੰਕਸ਼ਨਸ ਦੇ ਵਿੱਚ ਪਾਰਟਿਸਿਪੇਟ ਕਰਨਾ ਸ਼ੁਰੂ ਕਰ ਦਿੱਤਾ। ਮੈਂ ਕਦੀ ਮਾਂ ਕੋਲ ਇਸ ਤਰ੍ਹਾਂ ਆਮਨੇ ਸਾਹਮਣੇ ਬੈਠ ਕੇ ਸਿੱਖਿਆ ਨਹੀਂ ਲਈ। ਅੱਛਾ ਜੀ, ਤੁਸੀਂ ਹੈਰਾਨ ਹੋਵੋਗੇ। ਇਹ ਉਹਦੀ ਗੁੜਤੀ ਸੀ ਯਾਰ, ਮੇਰੇ ਫਾਦਰ ਦਾ ਆਸ਼ੀਰਵਾਦ ਸੀ ਮੈਨੂੰ। ਉਹ ਹਮੇਸ਼ਾ ਇਨਕਰੇਜ ਕਰਦੇ ਸਨ। ਸਕੂਲ ਦੇ ਫੰਕਸ਼ਨਾਂ ਤੇ ਮੈਂ ਪਾਰਟਿਸਿਪੇਟ ਕਰਦੀ ਸਾਂ ਤੇ ਮੇਰੇ ਦਾਰਜੀ ਨੂੰ ਪਤਾ ਹੁੰਦਾ ਸੀ ਕਿ ਮੈਂ ਉੱਥੇ ਗਈ ਹਾਂ। ਮਾਂ ਇੰਨੀ ਬਿਜ਼ੀ ਸੀ, ਉਹਨੂੰ ਪਤਾ ਹੀ ਨਹੀਂ ਸੀ ਕਿ ਸਕੂਲ ਦੇ ਵਿੱਚ ਕੀ ਹੋ ਰਿਹਾ ਹੈ ਤੇ ਗਾ ਰਹੀ ਹੈ ਕਿ ਨੱਚ ਰਹੀ ਹੈ। ਦਾਰਜੀ ਨੇ ਮੈਨੂੰ ਸਾਰੇ ਕਲਾਸੀਕਲ ਡਾਂਸਿਸ, ਭਰਤਨਾਟਿਅਮ, ਕੱਥਕ, ਮਨੀਪੁਰੀ, ਇਹ ਡਾਂਸਿਸ ਸਿਖਾਏ। ਔਰ ਸੰਗੀਤ ਵਾਸਤੇ ਮੇਰੇ ਉਸਤਾਦ ਧਾਰਨ ਕੀਤੇ ਜੋ ਘਰ ਆ ਕੇ ਮੈਨੂੰ ਸਿਖਾਉਂਦੇ ਸਨ। ਔਰ ਜਿਹੜੇ ਮਾਮਾ ਦੇ ਗੁਰੂ ਘਰ ਆਉਂਦੇ ਸਨ, ਮੈਂ ਉਹਨਾਂ ਦੇ ਨਾਲ ਬੈਠ ਕੇ ਉਹ ਮਾਮਾ ਦਾ ਹਿੱਸਾ ਵੀ ਸਿੱਖ ਲੈਂਦੀ ਸਾਂ। ਪਰ ਮੈਂ ਮਾਮਾ ਦੀਆਂ ਚੀਜ਼ਾਂ ਨਹੀਂ ਉਹਦੇ ਕੋਲੋਂ ਸਿੱਖੀਆਂ। ਮੈਂ ਸੁਣ ਕੇ ਮਾਂ ਨੂੰ ਯਾਦ ਕੀਤਾ। ਮਾਂ ਦੀਆਂ ਚੀਜ਼ਾਂ ਮੇਰਾ ਖਿਆਲ ਕਾਫੀ ਦੇਰ ਬਾਅਦ ਮੈਨੂੰ ਸਮਝ ਆਈ ਕਿ ਮੇਰੀ ਮਾਂ ਕਿਹੜੇ ਰੁਤਬੇ ਦੀ, ਇੱਕ ਕੀ ਕਵਾਂ, ਉਹਦੀ ਦੇਣ ਹੀ ਇੰਨੀ ਵੱਡੀ ਸੀ। ਉਹਦਾ ਔਰਾ ਬਹੁਤ ਵੱਡਾ। ਮੈਨੂੰ ਲੱਗਦਾ ਹੈ ਕਿ ਉਹਦੀ ਦੇਣ ਤੇ ਮੈਨੂੰ ਵਿਰਸੇ 'ਚ ਮਿਲੀ ਹੈ। ਮੈਨੂੰ ਉਹਨੂੰ ਸਿੱਖਣਾ ਨਹੀਂ ਪਿਆ, ਉਹ ਮੇਰੇ ਅੰਦਰ ਹੀ, ਉਹ ਮੇਰੇ ਲਹੂ ਵਿੱਚ ਹੈ। ਔਰ ਇਹਨੂੰ ਇਨਕਰੇਜ ਕਰਨ ਵਾਲੇ ਮੇਰੇ ਫਾਦਰ ਸਨ, ਜੋ ਆਪ ਗਾਉਣ ਦੇ ਸ਼ੌਕੀਨ ਸਨ, ਲਿਖਣ ਦੇ ਸ਼ੌਕੀਨ ਸਨ, ਪ੍ਰੋਫੈਸਰ ਸਨ, ਪੰਜਾਬੀ ਦੇ ਹੈਡ ਆਫ ਡਿਪਾਰਟਮੈਂਟ ਸਨ ਖਾਲਸਾ ਕਾਲਜ, ਔਰ ਸਾਈਕੋਲੋਜੀ ਦੀ MA ਕੀਤੀ ਹੋਈ ਸੀ। ਸੋ ਉਹ ਇੱਕ ਬੱਚੇ ਦਾ ਮਨ ਸਮਝਦੇ ਸਨ ਕਿ ਮੇਰਾ ਰੁਝਾਨ, ਮੇਰਾ ਐਪਟੀਟਿਊਡ ਕੀ ਹੈ, ਤੇ ਉਹ ਮੈਨੂੰ ਸੰਗੀਤ ਤੇ ਕਲਚਰ ਦੇ ਨਾਲ ਜੋੜੀ ਰੱਖਦੇ ਸਨ। ਮਾਂ ਨੂੰ ਵੀ ਉਹ ਰੁਤਬਾ ਦਿਵਾਨ ਵਾਲੇ ਦਾਰਜੀ ਸਨ ਕਿ ਉਹ ਮਾਂ ਨੂੰ ਗੀਤ ਚੁਣ ਕੇ ਦੇਣੇ। ਨਹੀਂ ਤਾਂ ਪਤੀ ਨੂੰ ਹੁੰਦਾ ਕਿ ਹਾਂ ਔਰਤ ਅੱਗੇ ਵਧ ਰਹੀ ਹੈ, ਉਹ ਰੋਕਦਾ, ਪਰ ਉਹ ਸਾਰੀ ਪੀੜ੍ਹੀਆਂ ਨਾਲ ਬਿਲਕੁਲ ਹੀ ਫਰਕ। ਤੁਸੀਂ ਸੋਚੋ ਕਿ ਲੈ ਕੇ ਗਏ 3 ਭੈਣਾਂ ਹੀ ਸਨ, 3 ਬੇਟੀਆਂ ਦੇ ਬਾਪ ਹੋਣ ਦੇ ਬਾਵਜੂਦ ਉਸ ਜ਼ਮਾਨੇ 'ਚ ਜਦੋਂ ਨਾਨਮਾ ਕਲਚਰਲ ਅੰਬੈਸਡਰ ਬਣ ਕੇ ਤੇ ਡੈਲੀਗੇਸ਼ਨਸ ਦੇ ਵਿੱਚ ਦੁਨੀਆ ਟਰੈਵਲ ਕਰਦੇ ਪਏ ਨੇ। ਕਦੇ 2 ਮਹੀਨੇ ਦਾ ਚੀਨ ਦਾ ਟੂਰ ਹੈ, USSR, ਉਦੋਂ ਤੇ ਸਾਰੇ ਕੰਟਰੀਜ਼ ਦੇ ਨਾਂ ਵੀ ਡਿਫਰੈਂਟ ਹੁੰਦੇ ਸਨ, ਤੇ 2-2 3-3 ਮਹੀਨੇ ਉਹ ਬੱਚਿਆਂ ਨੂੰ ਸਾਂਭ ਰਹੇ ਨੇ। ਤੇ ਉਹ ਆਪਣੀ ਵਾਈਫ ਨੂੰ, ਆਪਣੀ ਪਾਰਟਨਰ ਨੂੰ ਇੰਨਾ
ਉਤਸ਼ਾਹਿਤ ਕਰ ਰਹੇ ਨੇ ਤੇ ਉਹਨਾਂ ਦੀ ਗੀਤਾਂ ਦੀ ਚੋਣ ਇਹੋ ਜਿਹੀ ਕਰਦੇ ਪਏ ਨੇ ਕਿ ਉਹ ਬਾਹਰਲੇ ਮੁਲਕਾਂ 'ਚ ਜਾ ਕੇ, ਮਤਲਬ ਅਫਗਾਨਿਸਤਾਨ ਨਾਨਿਮਾ ਗਏ ਤੇ ਨਾਨਿਮਾ ਨੂੰ ਪਸ਼ਤੋ ਦੇ ਗੀਤ ਦਾਰਜੀ ਨੇ ਚੁਣ ਕੇ ਦੇਣੇ ਕਿ ਇਹ ਤੁਸੀਂ ਇਹ ਗਾਓ ਤੇ ਤੁਸੀਂ ਉੱਥੇ ਲੋਕਾਂ ਦੇ ਨਾਲ ਉਹਨਾਂ ਦੀ ਜ਼ੁਬਾਨ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਸਾਂਝ ਪਾਓਗੇ। ਤੇ ਉਹਨਾਂ ਨੇ ਪਸ਼ਤੋ ਦੇ ਗੀਤ ਮੈਂ ਵੀ ਸਿੱਖਿਆ, ਇਹਨੂੰ ਵੀ ਸਿਖਾਇਆ ਫਿਰ ਮੈਂ। ਨਹੀਂ ਡੋਲੀ, ਤੁਹਾਡੇ ਅੰਦਰੋਂ ਹੀ ਲੋਕ ਹੁਣ ਸੁਰਿੰਦਰ ਕੌਰ ਜੀ ਨੂੰ ਲੱਭਦੇ ਨੇ ਤੇ ਉਹਨਾਂ ਨੂੰ ਐਂ ਲੱਗਦਾ ਕਿ ਅੱਜ ਫਿਰ ਸੁਰਿੰਦਰ ਕੌਰ ਸਾਡੇ ਕੋਲ ਹੈ। ਪਰ ਮੈਂ ਜਾਣਨਾ ਚਾਹੁੰਦਾ ਕਿ ਕੀ ਤੁਹਾਡਾ ਸੰਗੀਤ ਨਾਲੇ ਗਾਇਕੀ ਨਾਲੇ ਵਾਹ ਵਾਸਤਾ ਰਿਹਾ ਕਿ ਜਾਂ ਰੰਗਮੰਚ ਤੇ ਵੀ ਕੋਈ ਰੰਗ ਬਖੇਰੇ ਨੇ? ਰੰਗਮੰਚ ਦੀ ਤੇ ਇੱਕ ਐਵੇਂ ਇੱਕ ਜਿਵੇਂ ਇੱਕ ਵਾਰਦਾਤ ਕਵਾਂਗੀ। ਅੱਛਾ, ਵਾਰਦਾਤ। ਅਰੇ ਵਾਹ। ਮੇਰੇ ਵਾਸਤੇ ਇੱਕ ਵਾਰਦਾਤ ਸੀ ਕਿਉਂਕਿ ਮੈਂ ਛੋਟੀ ਜੀ ਸਾਂ, 13 ਕੁ ਸਾਲ ਦੀ, ਤੇ ਦਿੱਲੀ ਤੋਂ ਚੰਡੀਗੜ੍ਹ ਟੈਗੋਰ ਥੀਏਟਰ ਦੇ ਵਿੱਚ, ਇਹ 1962 ਦੀ ਗੱਲ ਹੈ, ਟੈਗੋਰ ਨਵਾਂ ਬਣਿਆ ਸੀ ਔਰ ਇੱਥੇ ਹੀਰ ਰਾਂਝਾ ਦਾ ਨਾਟਕ ਪਲੇ ਹੋਣਾ ਸੀ। ਖਲੀਲੀ ਤੇ ਫਰਿਆਦੀ ਅੰਕਲ ਸਨ ਉਹਦੇ ਪ੍ਰੋਡਿਊਸਰਸ ਐਂਡ ਮਿਊਜ਼ਿਕ ਡਾਇਰੈਕਟਰ। ਯੂਨਾਈਟਿਡ ਥੀਏਟਰਸ, ਇਹ ਇਪਟਾ ਦਾ ਗਰੁੱਪ ਹੁੰਦਾ ਸੀ ਔਰ ਮਾਮਾ ਇਪਟਾ ਦੇ ਵਿੱਚ ਮੇਰੇ ਦਾਰ ਜੀ ਇਪਟਾ ਦੇ ਬੜੇ ਇੱਕ ਕੀ ਕਵਾਂ ਇੱਕ ਬਹੁਤ ਸਪੈਸ਼ਲ ਮੈਂਬਰ ਸਨ ਜਿਹੜੇ ਹਰ ਜਗ੍ਹਾ ਉਹ ਬੁਲੰਦ ਆਵਾਜ਼ ਦੇ ਵਿੱਚ ਮਾਮਾ ਉਹ ਗੀਤ ਗਾਉਂਦੀ ਸੀ ਲੋਕਾਂ ਨੂੰ ਹੌਸਲਾ ਅਫਜ਼ਾਈ ਕਰਨ ਵਾਲੇ। ਤੇ ਉਹ ਪਲੇ ਸੀ ਤੇ ਅਸੀਂ ਦਿੱਲੀੋਂ ਚੱਲ ਰਹੇ ਸਾਂ, ਗਰਮੀਆਂ ਦੀਆਂ ਛੁੱਟੀਆਂ ਸਨ ਤੇ ਮੈਨੂੰ ਵੀ ਮਾਂ ਕਹਿੰਦੀ ਹੈ ਚੱਲ ਡੋਲੀ ਤੂੰ ਵੀ ਨਾਲ ਚੱਲ ਪਈ। ਤੇ ਅਸੀਂ ਘਰੋਂ ਨਿਕਲੇ ਹਾਂ ਤੇ ਸਾਨੂੰ ਪਤਾ ਲੱਗਾ ਕਿ ਸ਼ਾਂਤੀ ਮਾਥੁਰ ਜੋ ਕਿ ਸੈਤੀ ਦਾ ਰੋਲ ਨਿਭਾ ਰਹੇ ਸਨ, ਹੀਰ ਦੀ ਨਨਾਣ ਸੈਤੀ ਦਾ ਰੋਲ ਨਿਭਾ ਰਹੇ ਸਨ, ਤੇ ਉਹ ਬਿਮਾਰ ਪੈ ਗਏ ਤੇ ਉਹਨਾਂ ਨੂੰ ਬੰਬੇ ਜਾਣਾ ਪੈ ਗਿਆ। ਤੇ ਉਹ ਰੋਲ ਕੌਣ ਕਰੇਗਾ ਪਲੇ ਦੇ ਵਿੱਚ, ਉਹ ਕਿਸ ਤਰ੍ਹਾਂ ਕਰਾਂਗੇ? ਤੇ ਖਲੀਲੀ ਅੰਕਲ ਨੇ ਕਿਹਾ ਕਿ ਮੈਂ ਨਾਲ ਐਵੇਂ ਕੋਈ ਉਹਨਾਂ ਦੇ ਗਾਣੇ ਗਾ ਰਹੀ ਸਾਂ, ਜਿਵੇਂ ਬੱਸ ਦੇ ਵਿੱਚ ਜਾਈਦਾ, ਵੱਡੀ ਬੱਸ ਸੀ ਉਹਦੇ ਵਿੱਚ ਸਾਰਾ ਟੀਮ ਜਾ ਰਹੀ ਸੀ ਤੇ ਮੈਂ ਨਾ ਉਹ ਗਾਣੇ ਜਿਹੜੇ ਮਾਮਾ ਗਾ ਰਹੀ ਸੀ ਮੈਂ ਉਹ ਵੀ ਗਾ ਰਹੀ ਸੀ। ਕਹਿੰਦੇ ਡੋਲੀ ਗਾਨੀ ਹੈ? ਤੇ ਮਾਮਾ ਕਹਿੰਦੀ ਐਵੇਂ ਗੁਨਗੁਨਾਉਂਦੀ ਰਹਿੰਦੀ ਹੈ। ਤੇ ਕਹਿੰਦੇ ਨੇ ਇਹ ਸਕ੍ਰਿਪਟ ਹੈਗਾ ਤੇ ਗਾਣਾ ਮੈਂ ਸ਼ੁਰੂ ਕਰਦਾ, ਦੇਖੀ ਜਰਾ ਇਹ ਗਾਣਾ ਤੂੰ ਗਾ ਸਕਦੀ ਹੈ? ਉਹਨਾਂ ਨੇ ਮੈਨੂੰ 1-2 ਲਾਈਨਾਂ ਕਹੀਆਂ ਤੇ ਮੈਂ ਵੀ ਨਾਲ ਕਹਿ ਦਿੱਤੀਆਂ। ਉਹਨਾਂ ਨੇ 13 ਗਾਣਿਆਂ ਦੀ ਲਿਸਟ ਮੈਨੂੰ ਫੜਾਤੀ ਤੇ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਚੰਡੀਗੜ੍ਹ ਮੈਂ 13 ਦੇ 13 ਗਾਣੇ ਯਾਦ ਕਰ ਥੀਏਟਰ ਕਲਾਕਾਰ ਬਣ ਗਏ ਤੇ ਸ਼ਾਮੀ ਆ ਕੇ ਤੇ ਮੈਂ ਸੈਤੀ ਦਾ ਰੋਲ ਕਰ ਦਿੱਤਾ। ਟੈਗੋਰ ਥੀਏਟਰ ਸੀ, ਲੰਬੀ ਗੁੱਤ ਮੇਰੀ ਸੀ ਹੁੰਦੀ ਸੀ, ਉਹਦੇ ਉੱਤੇ ਇਹਨਾਂ ਨੇ ਪਰਾਂਦੀ ਪਾ ਦਿੱਤੀ, ਉਹ ਪਰਾਂਦੀ ਪੁੜਕਾਉਂਦੇ ਮੈਂ ਸੈਤੀ ਬਣ ਕੇ ਸਟੇਜ ਦੇ ਉੱਤੇ। ਮੈਨੂੰ ਯਾਦ ਹੈ ਤੁਸੀਂ ਮੈਨੂੰ ਸੁਣਾ ਰਹੇ ਸੀ ਉਹ 17 ਤੇ ਉਹ ਡਾਇਲੌਗ, ਉਹ ਕਿਉਂਕਿ ਬੜੀ ਸਿਚੁਏਸ਼ਨ, ਹਾਂਜੀ ਮਿਊਜ਼ੀਕਲ ਉਹ ਮੈਂ ਗੱਲ ਕਰਦੀ ਇੱਕਦਮ ਮੈਨੂੰ ਯਾਦ ਆ ਗਈ ਉਹ ਲਾਈਨ ਕਿ ਰਾਂਝਾ ਆਪਣਾ ਕਰਮੰਡਲ ਲੈ ਕੇ ਜੋਗੀ ਦਾ ਭੇਸ ਬਣਾ ਕੇ ਹੀਰ ਦੇ ਬੂਹੇ ਤੇ ਆਂਦਾ ਹੈ ਤੇ ਭਿਕਸ਼ਾ ਮੰਗਣ ਲਈ ਇਹ ਸਟੋਰੀ ਸੀ। ਤੇ ਸੈਤੀ ਨੇ ਬੂਹਾ ਖੋਲਿਆ, ਘਰ ਦਾ ਵੱਡਾ ਦਰਵਾਜ਼ਾ ਖੋਲਿਆ ਤੇ ਅੱਗੇ ਸੈਤੀ ਖੜੀ ਹੈ ਤੇ ਉਹ ਅੰਦਰ ਆਉਣ ਨੂੰ ਫਿਰਦਾ ਕਿ ਮੈਨੂੰ ਭਿਕਸ਼ਾ ਦੇ ਦਿਓ। ਤੇ ਉਹ ਕਹਿੰਦੀ ਦੱਸੀ ਜੋਗੀਆ, ਉਹ ਦੱਸੀ ਜੋਗੀਆ ਕਿਹੜਾਈ ਤੇਰਾ ਦੇਸ ਵੇ, ਤੈਨੂੰ ਟੁੱਕੇ ਨਾ ਫਕੀਰਾਂ ਵਾਲਾ ਵੇਸ ਵੇ, ਪਬੂਤ ਕਿਉਂ ਰਮਾਈ ਜੋਗੀਆ, ਪਬੂਤ ਕਿਉਂ ਰਮਾਈ ਜੋਗੀਆ, ਤੇਰੀ ਜੋਗੀਆਂ ਦੇ ਵਾਲੀ ਚਾਲ ਢਾਲਣਾ, ਕੰਨੀ ਬਾਲਿਆਂ ਦੇ ਮੁੰਦਰਾਂ ਕੀ ਆਖਣਾ, ਉਹ ਤੇਰਾ ਸੋਨੇ ਜਿਹਾ ਰੰਗ ਤੇ ਮਲੂਕ ਜਿਹੇ ਅੰਗ, ਸਾਂਝ ਦੁਨੀਆ ਦੇ ਸੰਗ ਨਾ ਨਿਭਾਈ, ਪਬੂਤ ਕਿਉਂ ਰਮਾਈ ਜੋਗੀਆ, ਪਬੂਤ ਕਿਉਂ ਰਮਾਈ ਜੋਗੀਆ, ਵੇ ਦੱਸੀ ਜੋਗੀਆ। ਇਹ ਮੈਂ 13 ਸਾਲ ਦੀ ਉਮਰ ਦੇ ਵਿੱਚ ਗਾ ਕੇ ਤੇ ਸੈਤੀ ਦਾ ਰੋਲ ਕੀਤਾ ਸੀ। ਤੇ ਡੋਲੀ ਜਿਹੀਆਂ ਤੁਸੀਂ ਗੱਲਾਂ ਕਰ ਰਹੇ ਹੋ, ਸੁਨੈਣੀ ਸਿਆਣੀ ਲੱਗੀ ਜਾਂਦੀ ਹੈ ਤੁਹਾਡੇ 'ਚ, ਮੈਨੂੰ ਬਚਪਨ ਧੜਕਦਾ ਲੱਗਦਾ। ਇਹ ਡੋਲੀ ਨਾਂ ਦਾ ਵੀ ਕੋਈ ਰਾਜ਼ ਹੈ ਕਿ ਤੁਹਾਡਾ ਬਚਪਨ ਹੀ ਨਾਲ ਬਰਕਰਾਰ ਹੈ? ਉਹ ਮੈਂ ਆਪਣੇ ਦਾਦੀ ਦੀ ਡੋਲੀ ਸਾਂ, ਸੋ ਸਦਾ ਡੋਲੀ ਰਹਿ ਗਈ। ਇੱਥੇ ਮੈਂ ਦੱਸਣਾ ਚਾਹਾਂਗੀ ਕਿ ਦਾਦੀ ਕਿਉਂਕਿ ਇੰਨੇ ਆਲਮ ਫਾਜ਼ਲ ਇਨਸਾਨ ਸਨ। ਮੈਂ ਦੱਸਦਿਆਂ ਦਾਦੀ ਦਾ ਮਤਲਬ ਪਿਤਾ ਜੀ, ਬਾਪੂ ਜੀ, ਸਰਦਾਰ ਜੀ ਤੋਂ ਦਾਦੀ ਸਾਰੇ ਪਿਆਰ ਨਾਲ, ਤੇ ਅਸੀਂ ਵੀ ਉਹਨਾਂ ਨੂੰ ਦਾਦੀ ਕਹਿੰਦੇ ਸੀ। ਤੇ ਮੈਂ ਘਰ ਦਾ ਪਹਿਲਾ ਗ੍ਰੈਂਡ ਚਾਈਲਡ ਹੋਣ ਕਰਕੇ ਤੇ ਮੈਨੂੰ ਰੱਜ ਕੇ ਉਹਨਾਂ ਨੇ ਵਿਗਾੜਿਆ ਹੋਇਆ ਸੀ। ਸੋ ਮੇਰਾ ਵੀ ਨਾਂ ਦਾਰਜੀ ਨਹੀਂ ਰੱਖਿਆ ਹੋਇਆ, ਮੰਮਾ ਦਾ ਅਸਲੀ ਨਾਂ ਤੇ ਮੰਮਾ ਦੀਆਂ ਭੈਣਾਂ ਮੇਰੀਆਂ ਮਾਸੀਆਂ ਦਾ ਨਾਂ ਇੰਜ ਰੱਖਿਆ ਸੀ, ਰੂਪਿਨੀ, ਨੰਦਿਨੀ, ਪ੍ਰਮੋਦਨੀ, ਸੁਨੈਣੀ। ਸੋ ਸਾਡੇ ਚਾਰਾਂ ਦੇ ਨਦੀਆਂ ਵਰਗੇ ਨਾਂ, ਬਿਲਕੁਲ ਸੁਰਾਂ ਵਰਗੇ ਨਾਂ। ਇਹ ਮੰਮਾ ਦੀ ਸ਼ਾਇਦ ਕਿਤਾਬ ਦਾ ਟਾਈਟਲ ਵੀ ਵਗਦੇ ਪਾਣੀਆਂ ਦਾ ਸੰਗੀਤ ਜਿਹੜਾ ਹੈ, ਉਹ ਸ਼ਾਇਦ ਇਹ ਰਵਾਨਗੀ ਜਿਹੜੀ ਹੈਗੀ ਹੈ ਕਿ ਇਹ ਵਗਦੇ ਪਾਣੀਆਂ ਦੇ ਸੰਗੀਤ ਵਾਂਗੂ ਹੀ ਸਾਡੇ ਸ਼ਾਇਦ ਸਾਡੇ ਅੰਦਰ ਹੀ ਇਹ ਜਜ਼ਬਾ ਇੰਨਾ ਸਟਰੋਂਗ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ
ਜੁੜੇ ਜੁੜ ਹੋਏ ਜਾਂਦੇ ਆ ਹਾਏ ਹਾਏ ਹਾਏ। ਕਿ ਉਹ ਸਾਡੀਆਂ ਆਂਦਰਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਖਿੱਚ ਪੈਂਦੀ ਹੈ ਜਦੋਂ ਕਿਸੇ ਨੂੰ ਕੋਈ ਦੁੱਖ ਜਾਂ ਵਾਹ। ਕੁਝ ਹੁੰਦਾ ਹੈ ਤੇ। ਮੈਂ ਇਹ ਤੋਂ ਪਹਿਲਾਂ ਕਿ ਤੀਸਰੇ ਮਹਿਮਾਨ ਵੱਲ ਜਾਵਾਂ, ਸਿੰਦਰ ਕੌਰ ਜੀ ਤੋਂ ਡੋਲੀ ਤੇ ਡੋਲੀ ਤੋਂ ਸੁਨੈਣੀ ਹਾਂਜੀ। ਕੰਨੀ ਜਾਵਾਂ, ਹਾਂਜੀ। ਡੋਲੀ ਗੁਲੇਰੀਆ ਨੂੰ ਆਪਣੇ ਮਨ ਦੇ ਨੇੜੇ ਕਿਹੜਾ ਗੀਤ ਲੱਗਦਾ? ਦੋ ਸਤਰਾਂ ਕੋਈ। ਜੇ ਮਾਂ ਦੇ ਗੀਤਾਂ ਦੀ ਲਿਸਟ ਕਵਾਂ ਤੇ ਬਹੁਤ ਬਹੁਤ ਲੰਬੀ, ਹੈ। ਉਹ ਤਾਂ ਸਾਰੇ। ਔਰ ਮਤਲਬ ਜਿਹੜੇ ਵੀ ਗੀਤ ਨੂੰ ਛੋਹ ਲਿਆ ਹੈ ਤੇ ਉਹ ਇੱਕ ਗੀਤ ਦਿਲ ਦੇ ਕਰੀਬ ਵਸ ਗਿਆ, ਅੰਦਰ ਹੀ ਵਸ ਗਿਆ। ਬਿਲਕੁਲ। ਮਹਿਰਮ ਦਿਲਾਂ ਦੇ ਮਾਹੀ ਮੋੜੇਗਾ ਕਦ ਮੁਹਾਰਾ, ਮਹਿਰਮ ਦਿਲਾਂ ਦੇ ਮਾਹੀ ਮੋੜੇਗਾ ਕਦ ਮੁਹਾਰਾ, ਦਿਨ ਰਾਤ ਤੜਪਦੇ ਨੇ, ਦਿਨ ਰਾਤ ਤੜਪਦੇ ਨੇ ਅਰਮਾਨ ਬੇਸ਼ੁਮਾਰਾ, ਮਹਿਰਮ ਦਿਲਾਂ ਦੇ ਮਾਹੀ ਮੋੜੇਗਾ ਕਦ ਮੁਹਾਰਾ, ਮੋੜੇਗਾ ਕਦ ਮੁਹਾਰਾ। ਸੁਨੈਣੀ ਜੀ, ਤੁਹਾਨੂੰ ਨਾਨੀ ਮਾਂ, ਫਿਰ ਤੁਸੀਂ ਕਹਿੰਦੇ ਹੋ ਦਾਰ ਜੀ, ਫਿਰ ਡੋਲੀ ਗੁਲੇਰੀਆ ਜੀ ਮਾਂ ਦੇ ਰੂਪ 'ਚ, ਫਿਰ ਪਿਤਾ, ਸੋ ਉਹ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਉਸੇ ਰਾਹ 'ਤੇ ਸੰਗੀਤ ਉਹਨਾਂ ਦੇ ਅੰਦਰ ਵੀ ਧੜਕਦਾ। ਪਰ ਮੈਂ ਤੁਹਾਨੂੰ ਇਸ ਨਵੀਂ ਪੀੜ੍ਹੀ ਦੇ ਹਵਾਲੇ ਨਾਲ ਜਾਣਨਾ ਚਾਹੁੰਦਾ ਕਿ ਅੱਜ ਜੋ ਸੰਗੀਤ ਦਾ ਰੂਪ ਹੋ ਗਿਆ, ਪਹਿਲਾਂ ਲੋਕ ਗੀਤ ਸੁਰਿੰਦਰ ਕੌਰ ਜੀ ਦੇ ਦੌਰ ਦੇ ਜਦੋਂ ਆਪਾਂ ਸੁਣਦੇ ਹਾਂ ਤਾਂ ਉਹ 'ਚ ਲੋਕ ਮਸਲੇ ਵੀ ਨੇ ਜੀ, ਉਹ 'ਚ ਲੋਕ ਫਿਕਰ ਵੀ ਨੇ, ਜੀ। ਉਹ 'ਚ ਲੋਕਾਂ ਦੀਆਂ ਚਿੰਤਾਵਾਂ ਵੀ ਨੇ, ਚਾਹੇ ਉਹ ਜੀ। ਫੌਜੀ ਦਾ ਜ਼ਿਕਰ ਹੈ, ਚਾਹੇ ਉਹ ਖੇਤ ਦਾ ਜ਼ਿਕਰ ਹੈ, ਚਾਹੇ ਉਹ ਸਾਡੇ ਪਿੰਡਾਂ ਦਾ ਜ਼ਿਕਰ ਹੈ, ਉਹਦੇ ਵਿੱਚ ਉਹ ਹਕੀਕਤ ਧੜਕਦੀ ਹੈ। ਪਰ ਅੱਜ ਜੋ ਗਾਇਆ ਜਾ ਰਿਹਾ, ਜੋ ਵੇਚਿਆ ਜਾ ਰਿਹਾ, ਉਹ ਬਾਜ਼ਾਰੀਕਰਨ ਹੋ ਗਿਆ। ਉਹ 'ਚ ਫਿਰ ਚੰਗੇ ਸੰਗੀਤ ਨੂੰ ਕਿੱਥੇ ਥਾਂ ਦੇਖਦੇ ਹੋ ਤੇ ਬੱਚਿਆਂ ਲਈ ਕਿਹੜਾ ਰਾਹ ਦੇਖਦੇ ਹੋ? ਦੀਪਕ, ਜਦੋਂ ਛੋਟੀ ਸਾਂ ਤੇ ਖਾਨ ਸਾਹਿਬ ਸਾਡੇ ਉਸਤਾਦ, ਸਾਡੇ ਗੁਰੂ ਖਾਨ ਸਾਹਿਬ ਅਬਦੁਲ ਰਹਿਮਾਨ ਖਾਨ, ਜਿਨ੍ਹਾਂ ਕੋਲੋਂ ਛੋਟੀ ਉਮਰੇ ਗੰਡਾ ਬਣਵਾ ਕੇ ਤੇ ਤਾਲੀਮ ਹਾਸਲ ਕਰਨੀ ਸ਼ੁਰੂ ਕੀਤੀ ਸੰਗੀਤ ਦੀ, ਤੇ ਉਹ ਜਦੋਂ ਪੁੱਛਦੇ ਸਨ ਕਿ ਕਿਹੋ ਜਿਹਾ ਫਨਕਾਰ ਬਣਨਾ ਹੈ, ਤੇ ਉਦੋਂ ਸਹਿਜ ਸੁਭਾਏ ਜਵਾਬ ਦੇਈਦਾ ਸੀ ਕਿ ਇੱਕ ਵਧੀਆ ਫਨਕਾਰ ਹੋਣਾ ਚਾਹੀਦਾ ਤੇ ਦੁਨੀਆ 'ਚ ਨਾਂ ਕਮਾਉਣਾ ਚਾਹੀਦਾ। ਕਹਿੰਦੇ ਨੇ ਨਹੀਂ, ਮੈਂ ਨਹੀਂ ਪੁੱਛ ਰਿਹਾ, ਮੈਂ ਪੁੱਛ ਰਿਹਾ ਕਿ ਤੁਸੀਂ ਇੱਕ ਬਾਜ਼ਾਰੀ, ਦਰਬਾਰੀ ਜਾਂ ਨਿਰੰਕਾਰੀ ਕਿਹੋ ਜਿਹਾ ਫਨਕਾਰ ਬਣਨਾ ਹੈ। ਉਹਦੇ ਦਰਬਾਰ ਦਾ, ਬਿਲਕੁਲ ਬਿਲਕੁਲ, ਕਿ ਇਹ ਤੁਸੀਂ ਜਿਹੜੀ ਗੱਲ ਕੀਤੀ ਹੈ, ਇਹ ਸੈਡਲੀ ਅੱਜ ਕੱਲ੍ਹ ਜਿਹੜਾ ਇੱਕ ਕਾਰੋਬਾਰ ਚੱਲ ਗਿਆ ਹੈ ਸੰਗੀਤ ਦਾ, ਉਹ ਇੰਨਾ ਬਾਜ਼ਾਰੀ ਹੋ ਗਿਆ ਹੈ ਕਿ ਉਹ ਜਿਹੜਾ ਇੱਕ ਜਿਹੜੀ ਟੌਰ ਸੀ, ਇੱਕ ਜਿਹੜੀ ਸ਼ਾਨ ਸੀ, ਇੱਕ ਦਰਬਾਰ ਦੇ ਵਿੱਚ ਇੱਕ ਮੀਆਂ ਤਾਨਸੈਨ ਵਰਗੇ ਆਰਟਿਸਟ ਦੇ ਵੇਲੇ ਦੀ, ਉਹ ਤੇ ਖੈਰ ਬਹੁਤ ਜਲਦੀ ਡਿਟੀਰੀਓਰੇਟ ਹੋ ਗਈ। ਉਹਦੇ ਅਸੀਂ ਆਪ ਵੀ ਉਹਦੇ ਵਿੱਚ ਉਨੇ ਹੀ ਇਨਵੋਲਵਡ ਹੈਗੇ ਹਾਂ, ਅਸੀਂ ਸਿਰਫ ਆਡੀਅנס ਨੂੰ ਨਹੀਂ ਬਲੇਮ ਕਰ ਸਕਦੇ। ਪਰ ਇਹ ਮੈਂ ਸੋਚਨੀ ਹਾਂ ਕਿ ਇੱਕ ਜਿਹੜਾ ਇਨਸਾਨ ਨੂੰ ਆਪਣੇ ਅੰਦਰ ਸੋਚ ਵਿਚਾਰ ਕੇ ਤੇ ਆਪਣੇ ਆਪ ਨੂੰ ਇੰਟਰਸਪੈਕਟ ਕਰਕੇ ਤੇ ਡਿਸਾਈਡ ਕਰਨਾ ਕਿ ਮੈਂ ਕਿਹੜੇ ਰਾਹ ਤੁਰਨਾ ਹੈ, ਯੂ ਨੋ, ਉਹ ਤੁਹਾਡਾ ਰਾਹ ਜਿਹੜਾ ਹੈ, ਉਹ ਤੁਹਾਡੇ ਰਾਹ ਦੇ ਉੱਤੇ ਕੋਈ ਅੜਚਨ ਆਏ ਤੇ ਤੁਸੀਂ ਹੁਣ ਮੰਮਾ ਨੂੰ ਇਸ ਤਰ੍ਹਾਂ ਨਹੀਂ ਹੋਇਆ ਕਿ ਕੰਪਨੀ ਵਾਲਿਆਂ ਨੇ ਆ ਕੇ ਤੇ ਮੰਮਾ ਨੂੰ ਬਾਜ਼ਾਰੀ ਚੀਜ਼ਾਂ ਵਾਸਤੇ ਨਹੀਂ ਉਹਨਾਂ ਨੇ ਟੈਂਪਟ ਕੀਤਾ, ਆਏ ਹੋਣਗੇ ਕੰਟਰੈਕਟ ਲੈ ਕੇ। ਬਿਲਕੁਲ ਬਿਲਕੁਲ, ਪਰ ਮੰਮਾ ਉਹ ਕਹਿੰਦੇ ਨੇ ਨਾ ਅੰਗਰੇਜ਼ੀ 'ਚ ਕਿ ਸ਼ੀ ਸਟੂਡ ਅਗੇਂਸਟ ਦ ਟਾਈਡ, ਤੇ ਉਹ ਨਹੀਂ ਮੰਨੀ, ਨਹੀਂ ਕੀਤਾ ਵਪਾਰ ਆਪਣੇ ਗੀਤਾਂ ਦਾ, ਆਪਣੇ ਲਿਰਿਕਸ ਦਾ, ਬਿਲਕੁਲ ਬਿਲਕੁਲ। ਸੋ ਉਹ ਇੱਕ ਫੈਸਲਾ ਜਿਹੜਾ ਹੈ ਉਹ ਤੁਹਾਡਾ ਆਪ ਦਾ ਹੁੰਦਾ ਹੈ। ਅਸੀਂ ਮੈਂ ਮੰਨਦੀ ਹਾਂ ਕਿ ਅਸੀਂ ਬਹੁਤ ਖੁਸ਼ਕਿਸਮਤ ਹੈਗੇ ਹਾਂ ਕਿ ਸਾਨੂੰ ਇਹਨੂੰ ਰੋਜ਼ੀ ਰੋਟੀ ਦਾ ਜ਼ਰੀਆ ਨਹੀਂ ਬਣਾਉਣਾ ਪਿਆ, ਕਿਉਂਕਿ ਇਹ ਮੈਂ ਗੱਲ ਸਮਝਨੀ ਹਾਂ ਕਿ ਜਿਨ੍ਹਾਂ ਵਾਸਤੇ ਇਹ ਰੋਜ਼ੀ ਰੋਟੀ ਦਾ ਜ਼ਰੀਆ ਹੈ ਉਹਨਾਂ ਨੂੰ ਹੋ ਸਕਦਾ ਕੰਪਰੋਮਾਈਜ਼ਸ ਕਰਨੇ ਪੈਣ, ਪਰ ਇਹ ਸਾਡੀ ਖੁਸ਼ਕਿਸਮਤੀ ਸੀ ਕਿ ਸਾਨੂੰ ਇਹ ਕੰਪਰੋਮਾਈਜ਼ ਨਹੀਂ ਕਰਨਾ ਪਿਆ। ਪਰ ਅਗੇਨ ਜਿਹੜੇ ਬੱਚੇ ਸਿੱਖ ਕੇ ਜਿਹੜੇ ਇਸ ਫੀਲਡ ਦੇ ਵਿੱਚ ਆਉਂਦੇ ਨੇ, ਮੈਂ ਤਾਂ ਇੱਥੇ ਤੱਕ ਕਹਾਂਗੀ ਕਿ ਮੈਂ ਹੁਣ ਬੱਚਿਆਂ ਦੇ ਨਾਲ, ਨਈ ਪੀੜ੍ਹੀ ਦੇ ਨਾਲ ਸਾਂਝ ਇਹ ਪਾ ਰਹੀ ਹਾਂ ਕਿ ਪਲੀਜ਼ ਆ ਕੇ ਖੁੱਲ੍ਹ ਕੇ ਡਿਸਕਸ ਕਰੋ। ਅੱਜ ਕੱਲ੍ਹ ਦਾ ਦੌਰ ਜਿਹੜਾ ਹੈ ਡਿਜੀਟਲਾਈਜੇਸ਼ਨ ਦਾ,
ਇਹਦੇ 'ਚ ਸੋਸ਼ਲ ਮੀਡੀਆ ਤੇ ਜਿੰਨੇ ਵੀ ਹੈ YouTube ਤੇ ਸਾਰਾ ਕੁਝ, ਤੁਸੀਂ ਇੱਕ ਆਮ ਫਨਕਾਰ ਤੋਂ ਇੱਕ ਸਟਾਰ ਬਣਨ ਦੀ ਜਿਹੜਾ ਪ੍ਰੋਸੈਸ ਹੈ ਉਹਨੂੰ ਅੰਡਰਸਟੈਂਡ ਕਰੋ। ਆਪਣੀ IPRS ਰਜਿਸਟ੍ਰੇਸ਼ਨ ਕਰਵਾਓ, ਆਪਣੇ ਤੁਸੀਂ ਪ੍ਰੋਪਰ ਵੈਲੀਡੇਸ਼ਨ ਕਰਵਾਓ, ਤੁਸੀਂ ਆਪਣੇ ਹਰ ਥਾਈਂ ਆਪਣੇ ਐਗਰੀਮੈਂਟਸ, ਆਪਣੀ ਲੀਗਲ ਫਾਰਮੈਲਿਟੀਜ਼ ਨੂੰ ਤੁਸੀਂ ਬਰਕਰਾਰ ਰੱਖੋ। ਪਰ ਸੁਨੈਨੀ ਜਿਹੜੀ ਦਿੱਕਤ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਨਵੇਂ ਬੱਚਿਆਂ 'ਚ, ਕਿ ਉਹ ਜਦੋਂ ਇੱਕ ਤਕੜੇ ਦਿਖਾਵੇ ਵਾਲੇ ਮੰਚ ਤੇ ਆਉਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਸਟਾਰ ਬਣ ਗਏ ਹਾਂ। ਅੱਜ ਕੱਲ੍ਹ ਇਹੋ ਜਿਹੇ ਮੁਕਾਬਲੇ ਅਕਸਰ ਦੇਖਣ ਨੂੰ ਮਿਲਦੇ ਨੇ, ਪਰ ਬਾਅਦ 'ਚ ਜਦੋਂ ਹਕੀਕਤ ਦਾ ਸਾਹਮਣਾ ਹੁੰਦਾ ਤਾਂ ਉਹਨਾਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਬਿਲਕੁਲ। ਰੋਜੀ ਰੋਟੀ ਵੀ ਜੇਕਰ ਇਸ ਨੂੰ ਬਣਾਉਣਾ ਤਾਂ ਵੀ ਕੁਝ ਸਮਾਜ ਨੂੰ ਦੇਣ ਹੁੰਦੀ ਹੈ। ਤੁਸੀਂ ਸਮਾਜ ਦੇ ਆਈਕਨ ਹੋ, ਤੁਸੀਂ ਜਦੋਂ ਗਾਇਕ ਹੋ, ਕਲਾਕਾਰ ਹੋ, ਰਾਜਨੀਤਿਕ ਚਿਹਰੇ ਹੋ, ਤਾਂ ਤੁਸੀਂ ਸਮਾਜ ਦੇ ਵੀ ਆਈਕਨ ਹੋ। ਤਾਂ ਉਸ ਸਮੇਂ ਤੁਹਾਡੀ ਕੀ ਜ਼ਿੰਮੇਵਾਰੀ ਹੈ? ਜੀ, ਗੱਲ ਇਹ ਯਾਦ ਆਈ ਕਿ ਛੋਟੇ ਹੁੰਦਿਆਂ ਦਾਰਜੀ ਨੇ ਮਾਮਾ ਨੂੰ ਇੱਕ ਇੰਟਰਵਿਊ ਦੇ ਵਿੱਚ ਘਰ ਬੈਠਿਆਂ, ਘਰ ਕੋਈ ਲੋਕ ਆਏ ਸਨ, ਬਾਹਰੋਂ ਆਏ ਸਨ, ਕੁਝ ਪਾਕਿਸਤਾਨ ਦਾ ਗਰੁੱਪ ਸੀ, ਉਹ ਆਏ ਸਨ ਘਰ ਤੇ ਉਹ ਇੰਟਰਵਿਊ ਕਰ ਰਹੇ ਸਨ ਮਾਮਾ ਦੀ, ਤੇ ਦਾਰਜੀ ਵੀ ਨਾਲ ਬੈਠੇ ਸਨ। ਤੇ ਉਹਨਾਂ ਨੇ ਕਿਹਾ ਇਹ ਜਿਹੜਾ ਸੰਗੀਤਕਾਰ ਹੈ, ਜਿਹੜਾ ਇੱਕ ਕਲਾਕਾਰ ਹੈ, ਇਹ ਇੱਕ ਕਰਿਸ਼ਮਾ ਹੈ। ਇਹ ਇੱਕ ਬੰਦਾ ਸਟੇਜ ਤੇ ਬੈਠਾ ਹੈ ਤੇ ਲੱਖਾਂ ਦੀ ਭੀੜ ਨੂੰ ਐਡਰੈਸ ਕਰ ਰਿਹਾ, ਔਰ ਉਹਦਾ ਫਰਜ਼ ਹੈ ਕਿ ਇਹ ਸਾਰੀ ਆਡੀਅנס ਨੂੰ ਐਂਟਰਟੇਨ ਕਰੇ। ਤੇ ਰੱਬ ਨੇ ਉਹਨੂੰ ਇੱਕ ਕਰਿਸ਼ਮੇ ਦੇ ਤੌਰ ਤੇ ਉਹਨੂੰ ਇਸ ਦੁਨੀਆ ਤੇ ਭੇਜਿਆ ਹੈ। ਉਹ ਕਰਿਸ਼ਮਾ ਹੀ ਹੋਇਆ ਨਾ, ਜਿਹੜੇ ਇੰਨੇ ਲੋਕਾਂ ਨੂੰ ਐਂਟਰਟੇਨ ਕਰ ਰਿਹਾ। ਸੋ ਸੰਗੀਤ ਜਿਹੜਾ ਹੈ ਇੱਕ ਐਂਟਰਟੇਨਿੰਗ ਫੈਸਿਲਿਟੀ ਰੱਬ ਨੇ ਦਿੱਤੀ ਹੈ। ਸਾਰੇ ਨਹੀਂ ਗਾ ਸਕਦੇ, ਸਾਰੇ ਉਸ ਲੈਵਲ ਤੇ ਨਹੀਂ ਗਾ ਸਕਦੇ, ਪਰ ਇਹ ਵੇ ਕਿ ਜੋ ਗਾ ਸਕਦਾ ਹੈ ਉਹਦਾ ਫਰਜ਼ ਬਣਦਾ ਹੈ ਕਿ ਮੈਂ ਆਪਣੀ ਆਡੀਅנס ਨੂੰ ਕੀ ਦੇਣਾ, ਕਿਹੜਾ ਸੁਨੇਹਾ ਦੇਣਾ। ਤੁਹਾਡੀ ਸਿਲੈਕਸ਼ਨ ਆਪ ਹੋਣੀ ਚਾਹੀਦੀ। ਮਾਮਾ ਕਹਿ ਰਹੇ ਨੇ ਕਿ ਇੱਕ ਤੇ ਤੁਸੀਂ ਇੱਕ ਸਟਾਰ ਬਣ ਕੇ ਤੇ ਤੁਸੀਂ ਪਰਫਾਰਮਿੰਗ ਆਰਟਸ ਵਾਲੇ ਪਾਸੇ ਯੂ نو ਔਨ ਸਟੇਜ ਤੁਸੀਂ ਪਰਫਾਰਮ ਕਰ ਰਹੇ ਹੋ, ਪਰ ਅੱਜ ਕੱਲ ਮਿਊਜ਼ਿਕ ਇੰਡਸਟਰੀ ਸਿਰਫ ਪਰਫਾਰਮਿੰਗ ਆਰਟਸ ਤੱਕ ਨਹੀਂ ਮਹਿਦੂਦ ਰਹਿ ਗਈ। ਸਾਊਂਡ ਇੰਜੀਨੀਅਰਿੰਗ ਹੈਗੀ ਹੈ, ਤੁਹਾਡੇ ਵੀਡੀਓਗ੍ਰਾਫੀ ਹੈਗੀ ਹੈ, ਤੁਹਾਡੇ ਸਾਊਂਡ ਐਡੀਟਿੰਗ ਹੈਗੀ ਹੈ। ਮਤਲਬ ਇੰਨੇ ਡਿਜੀਟਲਾਈਜੇਸ਼ਨ ਨੂੰ, ਟੈਕਨੋਲੋਜੀ ਨੂੰ ਆਪਣੇ ਫਾਇਦੇ ਵਾਸਤੇ ਕਿਵੇਂ ਤੁਸੀਂ ਯੂਜ਼ ਕਰ ਸਕਦੇ ਹੋ, ਉਹ ਚੀਜ਼ ਜਿਹੜੀ ਹੈ ਉਹ ਵੀ ਅੱਜ ਕੱਲ੍ਹ ਕਾਲਜਿਸ ਲੈਵਲ ਦੇ ਉੱਤੇ ਇਸ ਚੀਜ਼ ਨੂੰ ਇੱਕ ਰੋਜ਼ਗਾਰ ਦੇ ਪੁਆਇੰਟ ਆਫ ਵਿਊ ਨਾਲ ਵੀ, ਕਿ ਸਿਰਫ ਮਿਊਜ਼ੀਸ਼ੀਅਨ ਬਣ ਕੇ, ਸਟਾਰ ਬਣ ਕੇ ਤੇ 2-3 ਟਰੈਕਸ ਫੇਮਸ ਹੋ ਜਾਣ ਤੇ ਤੁਸੀਂ ਦੁਨੀਆ ਘੁੰਮਾਓ ਤੇ ਵੱਡੀਆਂ ਵੱਡੀਆਂ ਗੱਡੀਆਂ ਖਰੀਦ ਲਓ ਤੇ ਸੋਨੇ ਦੀਆਂ ਘੜੀਆਂ ਪਾ ਲਓ, ਤੇ ਦੈਟ ਇਜ਼ ਨਾਟ ਦ ਐਂਡ ਆਫ ਦ ਸਟੋਰੀ। ਤੁਹਾਨੂੰ ਜ਼ਿੰਮੇਵਾਰੀ ਨਾਲ ਆਪਣੇ ਆਪ ਨੂੰ ਹੈਂਡਲ ਕਰਨਾ, ਤੁਸੀਂ ਅਗਲੇ ਪੀੜ੍ਹੀ ਵਾਸਤੇ ਤੁਸੀਂ ਰੋਲ ਮਾਡਲਸ ਬਣ ਰਹੇ ਹੋ ਤੇ ਤੁਸੀਂ ਕੀ ਛੱਡ ਕੇ ਵਿਰਸੇ ਵਾਸਤੇ ਕੀ ਕਰ ਰਹੇ ਹੋ, ਤੇ ਨਾਲ ਤੁਸੀਂ ਆਪਣੇ ਆਪ ਦੀ ਵੀ ਮੈਨੇਜਮੈਂਟ ਕਿਵੇਂ ਕਰਦੇ ਪਏ ਹੋ। ਇਹ ਅੱਜ ਕੱਲ੍ਹ ਬਹੁਤ ਇੰਪੋਰਟੈਂਟ ਇੱਕ ਪੈਕੇਜ ਬਣ ਗਿਆ। ਤੇ ਮਿਊਜ਼ਿਕ ਨੂੰ ਜੇ ਪ੍ਰੋਪਰਲੀ ਐਜੂਕੇਸ਼ਨ ਸਿਸਟਮ ਦੇ ਵਿੱਚ ਅਸੀਂ ਇਨਕੋਰਪੋਰੇਟ ਕਰੀਏ ਤੇ ਮਿਊਜ਼ਿਕ ਤੇ ਥੈਰੇਪਿਊਟਿਕ ਹੈਗੀ, ਇੱਕ ਪੂਰਾ ਸਬਜੈਕਟ ਹੈ। ਅਸੀਂ ਸਿਰਫ ਰਾਗਦਾਰੀ ਸਿੱਖ ਕੇ ਤੇ ਸਿਰਫ ਜਾ ਕੇ ਤੇ ਸਟੇਜ ਦੇ ਉੱਤੇ ਗਾਉਣ ਦੀ ਬਜਾਏ ਇਹਨੂੰ ਆਪਣੇ ਸਿਲੇਬਸ ਦੇ ਵਿੱਚ ਵੀ ਇਸ ਤਰ੍ਹਾਂ ਐਡ ਕਰੀਏ। ਸੰਗੀਤ ਤਾਂ ਤੁਹਾਡੇ ਦੁੱਖ ਦਰਦ ਦੂਰ ਕਰ ਦਿੰਦਾ। ਚੰਗਾ ਸੰਗੀਤ, ਗੁਰਬਾਣੀ ਸੁਣੋ ਤਾਂ ਤੁਹਾਡੇ ਅੰਦਰ ਉਹ ਕਿੰਨੇ ਧੋਤਾ ਜਾਂਦਾ ਅੰਦਰੋਂ ਸਾਰਾ। ਥੈਰੇਪੀ ਵਿੱਚ ਮਮਾ ਕੋਲ ਬੱਚੇ, ਮੇਰੇ ਕੋਲ ਸਟੂਡੈਂਟਸ ਆਉਂਦੇ ਰਹੇ ਨੇ ਜਿਹੜੇ ਕੋਈ ਬੱਚੇ ਆਟਿਸਟਿਕ ਹੈਗੇ ਨੇ, ਕੋਈ ਹੋਰ ਮੈਂਟਲ ਡਿਪਰੈਸ਼ਨ ਦੇ ਸ਼ਿਕਾਰ ਹੈਗੇ ਨੇ। ਕੋਵਿਡ ਦੇ ਟਾਈਮ ਤੇ ਗ੍ਰਹਿਣੀਆਂ, ਬਜ਼ੁਰਗ ਲੋਕ ਕਈ ਜੋ ਮਤਲਬ ਇੰਨੇ ਜ਼ਿਆਦਾ ਫਰਸਟ੍ਰੇਟਡ ਸਨ ਕਿ ਉਹਨਾਂ ਨੂੰ ਲੱਗਦਾ ਸੀ ਕਿ ਕਿਤੇ ਬਸ ਜਾ ਕੇ ਸ਼ਾਂਤੀ ਨਾਲ ਕਿਤੇ ਕੋਈ ਗੀਤ ਸੰਗੀਤ ਕਰ ਲਈਏ ਤੇ ਸਾਡਾ ਮਨ ਜਿਹੜਾ ਹੈ ਨਾ ਉਹ ਸਕੂਨ ਸਾਨੂੰ ਮਿਲੇਗਾ। ਪਰ ਮੈਨੂੰ ਸੁਨੈਨੀ ਜੀ ਔਰ ਡੋਲੀ ਗੁਲੇਰੀ ਜੀ ਸਕੂਨ ਨਹੀਂ ਮਿਲ ਰਿਹਾ। ਭੁੱਖ ਵੱਧ ਰਹੀ ਹੈ ਪਰ ਸਮਾਂ ਉਹਨਾਂ ਨਹੀਂ ਹੈਗਾ। ਸੋ ਮੈਂ ਚਾਹੁੰਦਾ ਕਿ ਆਪਾਂ ਇਸ ਮੁਲਾਕਾਤ ਨੂੰ ਖਤਮ ਨਹੀਂ ਕਰ ਸਕਦੇ ਪਰ ਅੱਗੇ ਲਈ ਟਾਲ ਸਕਦੇ ਹਾਂ। ਸੋ ਮੈਂ ਚਾਹੁੰਦਾ ਕਿ ਇਸ ਨੂੰ ਸਮੇਟਾਂ ਮੈਂ ਕੋਈ ਪੰਜਾਬ ਦੀ ਕਿੱਕਲੀ ਵਰਗਾ, ਕੋਈ ਪੀਂਘ ਝੂਟ ਦਾ ਗੀਤ ਵਰਗਾ ਗੀਤ ਹੋ ਜਾਵੇ ਕੋਈ ਸਾਂਝਾ। ਚੜ ਪੀਂਘ ਦੇ ਹੁਲਾਰੇ ਨਾਲ ਗਾਵਾਂ। ਪੀਂਘ ਦੀ ਗੱਲ ਕੀਤੀ ਤੇ ਉਹਨੂੰ ਰਲਾ ਲਾਂਗੇ। ਹਾਂਜੀ। ਚੜ ਪੀਂਘ ਦੇ ਹੁਲਾਰੇ ਨਾਲ ਗਾਵਾਂ, ਵੇ ਇੱਕ ਵਾਰੀ ਆ ਜਹਾਨੀਆਂ, ਵੇ ਇੱਕ ਵਾਰੀ ਆ ਜਹਾਨੀਆਂ, ਵੇ ਇੱਕ ਵਾਰੀ ਆ ਜਹਾਨੀਆਂ, ਕਿਨੂੰ ਦਿਲ ਦੀਆਂ ਖੋਲ ਸੁਣਾਵਾਂ, ਵੇ ਇੱਕ ਵਾਰੀ ਆ ਜਹਾਨੀਆਂ, ਵੇ
ਇੱਕ ਵਾਰੀ ਆ ਜਾ ਹਾਣੀਆਂ ਵੇ ਇੱਕ ਵਾਰੀ ਆ ਜਾ ਹਾਣੀਆਂ ਗੋਰੀ ਵੀਣੀ ਉੱਤੇ ਵੰਗਾ ਸੱਤ ਰੰਗੀਆਂ ਭਾਵੇਂ ਚੰਗੀਆਂ ਤੇ ਭਾਵੇਂ ਟੋਲਾ ਮੰਦੀਆਂ ਕੱਲੀ ਪੀਂਗ ਦੇ ਹੁਲਾਰੇ ਨਾਲ ਗਾਵਾਂ ਵੇ ਇੱਕ ਵਾਰੀ ਆ ਜਾ ਹਾਣੀਆਂ ਵੇ ਇੱਕ ਵਾਰੀ ਆ ਜਾ ਹਾਣੀਆਂ ਵੇ ਇੱਕ ਵਾਰੀ ਆ ਜਾ ਹਾਣੀਆਂ ਬਹੁਤ ਸ਼ੁਕਰੀਆ ਜੀ ਇੱਕ ਵਾਰ ਨਹੀਂ ਤੁਹਾਨੂੰ ਬਾਰ-ਬਾਰ ਬੁਲਾਵਾਂਗੇ ਸੋ ਬਹੁਤ ਤੁਸੀਂ ਸਮਾਂ ਕੱਢਿਆ ਔਰ ਸਾਡੇ ਦਰਸ਼ਕਾਂ ਦੇ ਰੂਹ ਦੀ ਖੁਰਾਕ ਵਰਗੀਆਂ Thank ਗੱਲਾਂ you, ਕੀਤੀਆਂ thank ਲੋਕ ਗੀਤ you. ਵਰਗੀਆਂ ਗੱਲਾਂ ਕੀਤੀਆਂ ਸੋ ਡੋਲੀ ਗੁਲੇਰੀਆ ਜੀ ਸੁਨੈਣੀ ਜੀ ਔਰ ਸੁਰਿੰਦਰ ਕੌਰ ਜੀ ਸੋ ਤਿੰਨਾਂ ਦਾ Thank ਮੈਂ you. ਤਹਿ ਦਿਲੋਂ ਸ਼ੁਕਰੀਆ Thank ਕਰਦਾ you. ਫਿਰ ਮਿਲਾਂਗੇ ਇੱਕ ਨਵੇਂ ਮਹਿਮਾਨ ਨਾਲ ਸਾਨੂੰ ਦਿਓ ਇਜਾਜ਼ਤ ਨਮਸਕਾਰ